ਅਕਸਰ ਜਿਹੜੇ ਲੀਡਰ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਥਕਾਵਟ ਹੋ ਜਾਂਦੀ ਆ। ਕੋਈ ਕੁੱਲੂ, ਕੋਈ ਮਨਾਲੀ, ਕੋਈ ਸ਼ਿਮਲੇ ਘੁੰਮਣ ਚਲੇ ਜਾਂਦਾ। ਥਕਾਵਟ ਤਾਂ ਜਿਹੜੀ ਹੈਗੀ ਹੈ ਔਰ ਜਿਹੜਾ ਮਾਨਸਿਕ ਬੋਝ ਹੈ ਉਹ ਲੋਕਾਂ ਨਾਲ ਮਿਲ ਕੇ ਉਤਰ ਜਾਂਦਾ ਆ। ਜਦੋਂ ਤੁਸੀਂ ਆਪਣੇ ਸਾਥੀਆਂ ਨਾਲ ਮਿਲਦੇ ਹੋ ਤੇ ਗੱਲਾਂ ਬਾਤਾਂ ਕਰਦੇ ਹੋ ਤਾਂ ਜ਼ਿਆਦਾ ਵਧੀਆ ਤਰੀਕੇ ਨਾਲ ਤੁਹਾਡੀ ਮਾਨਸਿਕ ਤਸੱਲੀ ਵੀ ਹੁੰਦੀ ਹੈ। ਤੁਹਾਨੂੰ ਸਰੀਰਕ ਤੌਰ ਤੇ ਤਾਂ ਕੀ ਹੈ, ਤੁਸੀਂ 5-7 ਘੰਟੇ ਜਦੋਂ ਸੌਂ ਲੈਂਦੇ ਹੋ ਤਾਂ ਉਦੋਂ ਬਾਅਦ ਤਾਂ ਆਪਣਾ ਸਰੀਰ ਆਪਣੇ ਆਪ ਹੀ ਤੁਹਾਡਾ ਜਿਹੜਾ ਹੈਗਾ ਆ ਉਹ ਦੁਬਾਰਾ ਉਸੇ ਰੂਟੀਨ 'ਚ ਆ ਜਾਂਦਾ ਆ। ਨਗਰ ਸਾਹਿਬ ਇਹ ਦੱਸਿਓ, ਅੱਜ ਜਿਹੜੇ ਲੋਕ ਮਿਲਣ ਆਏ ਨੇ ਉਹਨਾਂ ਨੇ ਤੁਹਾਨੂੰ ਕਿੱਦਾਂ ਦੀ ਫੀਡਬੈਕ ਦਿੱਤੀ ਆ? ਬਹੁਤ ਸਭ ਤੋਂ ਜ਼ਿਆਦਾ ਜਿਹੜੀ ਥਕਾਵਟ ਤਾਂ ਉਹਨਾਂ ਨੇ ਤਾਰੀ ਹੈ, ਕਿਉਂਕਿ ਉਹਨਾਂ ਦੇ ਵਿੱਚ ਬੜਾ ਉਤਸ਼ਾਹ ਸੀਗਾ। ਹਰ ਇੱਕ ਵਿਅਕਤੀ ਨੇ ਇਹੀ ਕਿਹਾ ਆ ਕਿ 10 ਮਾਰਚ ਵਾਲੇ ਦਿਨ ਦੀ ਅਸੀਂ ਇੰਤਜ਼ਾਰ ਕਰਦੇ ਹਾਂ। ਪਰਮਾਤਮਾ ਸਾਨੂੰ ਫਤਿਹ ਦਾ ਝੰਡਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਦੇ ਕੇ ਵਿਧਾਨ ਸਭਾ 'ਚ ਭੇਜੂਗਾ। ਵਿਜ਼ਨ ਪੰਜਾਬ ਦੀ ਟੀਮ ਪਹੁੰਚੀ ਆ ਹਲਕਾ ਫਤਿਹਗੜ੍ਹ ਸਾਹਿਬ, ਜਿੱਥੋਂ ਕੁਲਜੀਤ ਸਿੰਘ ਨਾਗਰਾ ਕਾਂਗਰਸ ਦੀ ਟਿਕਟ ਤੇ ਤੀਜੀ ਵਾਰ ਚੋਣ ਲੜੇ ਨੇ। ਚੋਣ ਲੜਨ ਤੋਂ ਬਾਅਦ ਅਕਸਰ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਮਾਨਸਿਕ ਤੇ ਸਰੀਰਕ ਤੌਰ ਤੇ ਥਕਾਵਟ ਹੋ ਜਾਂਦੀ ਆ। ਇਸ ਥਕਾਵਟ ਨੂੰ ਦੂਰ ਕਰਨ ਵਾਸਤੇ ਜਿਹੜੇ ਉਮੀਦਵਾਰ ਨੇ ਉਹ ਕਿਸੇ ਟੂਰ ਤੇ ਚਲੇ ਜਾਂਦੇ ਨੇ ਜਾਂ ਸੌਂਦੇ ਨੇ। ਪਰ ਕੁਲਜੀਤ ਸਿੰਘ ਨਾਗਰਾ ਅਸੀਂ ਦੇਖੇ ਨੇ ਪਹਿਲੀ ਵਾਰ ਇਸ ਜਿਹੜੇ ਮੈਂ ਅੱਜ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ, ਇਸ ਮਤਲਬ ਕਿ ਇਸ ਯੂਨੀਫਾਰਮ ਦੇ ਵਿੱਚ ਪਹਿਲੀ ਵਾਰ ਦੇਖੇ ਨੇ, ਜਿਨ੍ਹਾਂ ਨੇ ਅੱਜ ਪੂਰਾ ਦਿਨ ਜਿਹੜਾ ਹੈਗਾ ਹਲਕੇ ਦੇ ਵੋਟਰਾਂ ਨਾਲ ਲਾਇਆ। ਨਾਗਰਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਨਾਗਰਾ ਸਾਹਿਬ ਅਕਸਰ ਜਿਹੜੇ ਲੀਡਰ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਥਕਾਵਟ ਹੋ ਜਾਂਦੀ ਆ। ਕੋਈ ਕੁੱਲੂ, ਕੋਈ ਮਨਾਲੀ, ਕੋਈ ਸ਼ਿਮਲੇ ਘੁੰਮਣ ਚਲੇ ਜਾਂਦਾ। ਅਗਲਾ ਸੋਚਦੇ ਆ ਵੀ ਅਸੀਂ ਜਿਹੜੀ ਥਕਾਵਟ ਦੂਰ ਕਰੀ ਆਈਏ, ਕਿਉਂਕਿ ਨੀਂਦ ਵੀ ਨਹੀਂ ਪੂਰੀ ਹੁੰਦੀ ਹੈਗੀ। ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਥਕਾਵਟ ਹੋ ਜਾਂਦੀ, ਸਰੀਰਕ ਤੌਰ ਤੇ। ਅੱਜ ਤੁਸੀਂ ਕਿਵੇਂ ਇਸ ਰੂਪ ਦੇ ਵਿੱਚ ਮਿਲੇ? ਨਹੀਂ, ਚਲੋ ਇਹ ਗੱਲ ਤਾਂ ਠੀਕ ਹੈ ਕਿ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਜਿਹੜੀ ਹੈਗੀ ਹੈ ਉਹ ਕਾਫੀ ਜ਼ਿਆਦਾ ਥਕਾਵਟ ਵੀ ਔਰ ਤੁਹਾਡੇ ਦਿਮਾਗ ਦੇ ਉੱਤੇ ਇੱਕ ਬੋਝ ਵੀ ਹੁੰਦਾ ਆ। ਪਰ ਥਕਾਵਟ ਤਾਂ ਜਿਹੜੀ ਹੈਗੀ ਹੈ ਔਰ ਜਿਹੜਾ ਮਾਨਸਿਕ ਬੋਝ ਹੈ ਉਹ ਲੋਕਾਂ ਨਾਲ ਮਿਲ ਕੇ ਉਤਰ ਜਾਂਦਾ ਆ। ਜਦੋਂ ਤੁਹਾਡੇ ਸਾਥੀ ਤੁਹਾਨੂੰ ਮਿਲਦੇ ਨੇ, ਜਦੋਂ ਤੁਸੀਂ ਕਿਸੇ ਦਾ ਲੋੜਵੰਦ ਦਾ ਕੋਈ ਕੰਮ ਕਰ ਲੈਂਦੇ ਹੋ, ਉਹਦੀ ਹੈਲਪ ਹੋ ਜਾਂਦੀ ਹੈ, ਜਾਂ ਕਿਸੇ ਦੀ ਤੁਸੀਂ ਆਪਣੇ ਕਿਸੇ ਸਾਥੀ ਦੇ ਨਾਲ ਬੈਠ ਕੇ ਆਪਣੇ ਦਿਲ ਦੀ ਗੱਲ ਕਰ ਲੈਂਦੇ ਹੋ, ਉਹ ਸਭ ਤੋਂ ਜ਼ਿਆਦਾ ਵਧੀਆ ਤਰੀਕਾ ਹੈਗਾ ਆ ਥਕਾਵਟ ਲਾਉਣ ਦਾ। ਆਹ ਦੇਖੋ ਤੁਸੀਂ ਕਿੱਡਾ ਸੋਹਣਾ ਮੌਸਮ ਹੈ। ਸ਼ਿਮਲੇ ਨਾਲੋਂ ਤਾਂ ਵਧੀਆ ਮੌਸਮ ਹੈ ਇੱਥੇ। ਅੱਜ ਸਾਰਾ ਦਿਨ ਧੁੱਪ ਸੇਕੀ, ਨਾਲੇ ਆਪਣੇ ਘੱਟੋ ਘੱਟ 1000-1500 ਸਾਥੀਆਂ ਨੂੰ ਮਿਲੇ। ਨਾਲੇ ਜਿਹੜੇ ਕੋਈ ਵਿਚਾਰੇ 5-7 ਕੰਮਾਂ ਵਾਲੇ ਸੀਗੇ ਉਹਨਾਂ ਦੇ ਵੀ ਵਿਚਾਰਿਆਂ ਦੇ ਕੰਮ ਆਏ। ਇੱਕ ਵਿਚਾਰਾ ਬਹੁਤ ਜ਼ਰੂਰੀ ਸੀਗਾ, ਉਹਦਾ ਡਾਇਲਸਿਸ ਹੋਣਾ ਸੀਗਾ ਤੇ ਉਹ ਮੈਨੂੰ ਚੰਗਾ ਲੱਗਿਆ ਕਿ ਮੈਂ ਉਹਦੇ ਕੰਮ ਆਇਆ। ਸੋ ਇਸ ਤਰ੍ਹਾਂ ਦਾ ਇਹ ਹੈ। ਬਾਕੀ ਆਪਣਾ ਤਰੀਕਾ ਹੁੰਦਾ। ਮੈਂ ਤਾਂ ਜਦੋਂ ਦਾ ਕਿਉਂਕਿ ਇਹ ਕਿਹੜਾ ਪਹਿਲੀ ਵਾਰੀ ਹੈ, ਤਾਂ ਕਾਲਜਾਂ ਯੂਨੀਵਰਸਿਟੀਆਂ ਤੋਂ ਇਹਨਾਂ ਕੰਮਾਂ ਦੇ ਵਿੱਚ ਹੀ ਕਰਦੇ ਆਏ ਆ। ਔਰ ਹਮੇਸ਼ਾ ਹੀ ਲੋਕਾਂ ਨੇ ਤਾਂ ਆਪਣੀਆਂ ਇਲੈਕਸ਼ਨਾਂ ਲੜੀਆਂ ਨੇ, ਅਸੀਂ ਤਾਂ ਮਤਲਬ ਪਤਾ ਨਹੀਂ ਕਿੰਨੀਆਂ ਕੁ ਇਲੈਕਸ਼ਨਾਂ ਹੋਰ ਵੀ ਪਾਰਟੀ ਦੀਆਂ ਥਾਂ ਤੇ ਜਾ ਕੇ ਲੜੀਆਂ ਨੇ। ਇਹ ਥਕਾਵਟ ਜਿਹੜੀ ਹੈਗੀ ਹੈ ਇਹ ਥੋੜ੍ਹੇ ਜਿਹੇ ਸਮੇਂ ਦਾ ਉਹ ਹੁੰਦਾ ਆ। ਔਰ ਮੈਨੂੰ ਲੱਗਦਾ ਵੀ ਜਦੋਂ ਤੁਸੀਂ ਆਪਣੇ ਸਾਥੀਆਂ ਨਾਲ ਮਿਲਦੇ ਹੋ ਤੇ ਗੱਲਾਂ ਬਾਤਾਂ ਕਰਦੇ ਹੋ ਤਾਂ ਜ਼ਿਆਦਾ ਵਧੀਆ ਤਰੀਕੇ ਨਾਲ ਤੁਹਾਡੀ ਮਾਨਸਿਕ ਤਸੱਲੀ ਵੀ ਹੁੰਦੀ ਹੈ। ਤੁਹਾਨੂੰ ਸਰੀਰਕ ਤੌਰ ਤੇ ਤਾਂ ਕੀ ਹੈ, ਤੁਸੀਂ 5-7 ਘੰਟੇ ਜਦੋਂ ਸੌਂ ਲੈਂਦੇ ਹੋ ਤਾਂ ਉਦੋਂ ਬਾਅਦ ਤਾਂ ਆਪਣਾ ਸਰੀਰ ਆਪਣੇ ਆਪ ਹੀ ਤੁਹਾਡਾ ਜਿਹੜਾ ਹੈਗਾ ਆ ਉਹ ਦੁਬਾਰਾ ਉਸੇ ਰੂਟੀਨ 'ਚ ਆ ਜਾਂਦਾ ਆ। ਅੱਛਾ ਨਾਗਰ ਸਾਹਿਬ, ਇਹ ਦੱਸਿਓ ਵੀ ਜਿਹੜੀ ਕੰਪੇਨ ਦੌਰਾਨ ਕਦੋਂ ਕਿੰਨੇ ਵਜੇ ਸ਼ੁਰੂ ਕਰਦੇ ਸੀ ਤੇ ਕਿੰਨੇ ਵਜੇ ਜਿਹੜਾ ਹੁੰਦਾ ਸੀਗਾ ਰਾਤ ਨੂੰ ਵਿਹਲੇ ਹੁੰਦੇ ਸੀ? ਦੇਖੋ ਤਕਰੀਬਨ ਸਵੇਰੇ 6 ਵਜੇ ਤੋਂ ਸਟਾਰਟ ਹੋ ਜਾਂਦਾ ਸੀਗਾ ਔਰ ਰਾਤ ਦੇ ਕਈ ਵਾਰੀ 2-2 ਵੀ ਵੱਜ ਜਾਂਦੇ ਸੀ, 3-3 ਵੀ ਵੱਜ ਜਾਂਦੇ ਸੀਗੇ, ਕਿਉਂਕਿ ਕੰਪੇਨ ਦਾ ਜਿਹੜਾ ਬੰਦ ਹੋਣ ਤੋਂ ਬਾਅਦ ਜਿਹੜਾ ਤੁਸੀਂ ਮੈਨ ਟੂ ਮੈਨ ਮਿਲਣਾ ਹੁੰਦਾ ਸੀਗਾ, ਕਿਤੇ ਇੰਟਰਨਲ ਮੀਟਿੰਗਸ ਕਰਨੀਆਂ ਨੇ ਕਿਸੇ ਨਾ ਕਿਵੇਂ, ਉਹ ਕਾਫੀ ਲੰਬਾ ਸਮਾਂ ਲੈ ਜਾਂਦੇ ਸੀਗੇ। ਫਿਰ ਨਗਰ ਸਾਹਿਬ ਨੀਂਦ 3 ਘੰਟੇ 4 ਘੰਟੇ 'ਚ ਕਿਵੇਂ ਪੂਰੀ ਹੁੰਦੀ ਸੀਗੀ? ਕਦੇ ਇਹ ਨਹੀਂ ਹੋਇਆ ਵੀ ਨੀਂਦ ਨਾ ਪੂਰੀ ਹੋਣ ਕਰਕੇ ਬਹੁਤ ਜ਼ਿਆਦਾ ਮਹਿਸੂਸ ਹੋਇਆ ਹੋਵੇ? ਕਈ ਵਾਰੀ ਹੁੰਦਾ ਸੀ ਮਹਿਸੂਸ, ਪਰ ਕਿਉਂਕਿ ਇਨਸਾਨ ਦਾ ਨਾ ਇੱਕ ਇੰਟਰਨਲ ਮੈਕੈਨਿਜ਼ਮ ਹੁੰਦਾ ਆ। ਤੁਸੀਂ ਜਿਸ ਤਰੀਕੇ ਦੇ ਨਾਲ ਸਰੀਰ ਨੂੰ ਢਾਲ ਲੈਂਦੇ ਹੋ ਉਸ ਤਰ੍ਹਾਂ ਦਾ ਹੀ ਉਹ ਤੁਹਾਡਾ ਉਹੋ ਜਿਹਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਆ। 2-4 ਦਿਨ ਲੱਗਦੇ ਹੁੰਦੇ ਆ, ਪਰ ਸਰੀਰ ਨੂੰ ਵੀ ਪਤਾ ਉਹ ਫਿਰ ਉਸ ਤਰ੍ਹਾਂ ਦੇ ਉਸੇ ਮੋਡ 'ਚ ਚਲੇ ਜਾਂਦਾ ਆ।
ਕਈ ਵਾਰੀ ਦਿਨ ਦੇ ਵਿੱਚ ਚੱਲਦੇ ਚੱਲਦਿਆਂ ਸਫ਼ਰ ਦੇ ਵਿੱਚ ਤੁਹਾਨੂੰ 10 ਕੁ ਮਿੰਟ ਦਾ ਝੋਕਾ ਜਿਹੜਾ ਲੱਗ ਜਾਂਦਾ ਸੀ, ਉਹ ਤੁਹਾਨੂੰ ਫਿਰ ਐਨਰਜਾਈਜ਼ ਕਰ ਦਿੰਦਾ, ਤੁਹਾਡੀ એનર્ਜੀ ਫਿਰ ਵਾਪਸ ਲੈ ਆਉਂਦਾ ਸੀਗਾ। ਬਾਕੀ ਇਹ ਹੈ ਕਿ ਜ਼ਿਆਦਾ ਥਕਾਵਟ ਜਿਹੜੀ ਹੈਗੀ ਹੈ ਉਹ ਮਾਨਸਿਕ ਪਰੇਸ਼ਾਨੀਆਂ ਨਾਲ ਹੁੰਦੀ ਹੈ, ਵੀ ਤੁਹਾਡੇ ਉੱਤੇ ਇਹ ਬੋਝ ਹੋਵੇ ਕਿ ਤੁਸੀਂ ਕੋਈ ਮਾੜਾ ਕੰਮ ਕੀਤਾ ਹੈ ਤੇ ਅੱਜ ਉਹਦਾ ਭੁਗਤਾਨ ਕਰਨਾ ਪੈ ਰਿਹਾ ਹੈ। ਸੋ ਕੁਦਰਤੀ ਤੌਰ 'ਤੇ ਸਾਹਿਬਜ਼ਾਦਿਆਂ ਦੀ ਕਿਰਪਾ ਰਹੀ ਕਿ ਇਹੋ ਜਿਹਾ ਮਾੜਾ ਕੰਮ ਕੋਈ ਨਹੀਂ ਸੀ ਕੀਤਾ ਵੀ ਜਿਹਦੇ ਕਰਕੇ ਲੋਕਾਂ ਕੋਲੇ ਸ਼ਰਮਿੰਦਗੀ ਝੱਲਣੀ ਪੈ ਰਹੀ ਸੀ। ਇਹੋ ਜਿਹਾ ਕੋਈ ਗਲਤ ਕੰਮ ਨਹੀਂ ਸੀ ਕੀਤਾ ਕਿ ਜਿਹਦੇ ਕਰਕੇ ਮੂੰਹ ਲੁਕਾਉਣਾ ਪੈ ਰਿਹਾ ਸੀ। ਸਗੋਂ ਜਿੱਥੇ ਜਾਈਦਾ ਸੀਗਾ ਲੋਕੀ ਇਹੀ ਕਹਿੰਦੇ ਸੀਗੇ ਵੀ ਇੰਨਾ ਕੰਮ ਕਦੀ ਇਸ ਸਾਡੇ, ਤੁਹਾਨੂੰ ਵੀ ਪਤਾ ਵੀ ਇੰਨਾ ਕੰਮ ਕਦੀ ਫਤਿਹਗੜ੍ਹ ਸਾਹਿਬ ਦੇ ਇਸ ਹਲਕੇ ਦੇ ਵਿੱਚ ਕਿਸੇ ਨੇ ਨਹੀਂ ਕੀਤਾ ਜਿੰਨਾ ਤੁਸੀਂ ਕੀਤਾ ਆ। ਤੇ ਲੋਕੀ ਤਾਂ ਇੱਥੋਂ ਤੱਕ ਵੀ ਕਹਿੰਦੇ ਸੀ ਵੀ ਜੇ ਲੋਕ ਅਜੇ ਵੀ ਤੁਹਾਨੂੰ ਵੋਟ ਨਹੀਂ ਪਾਉਣਗੇ ਤਾਂ ਫਿਰ ਅਕਿਰਤਕਨ ਹੋਣਗੇ। ਕੋਈ ਤਾਂ ਆਪਣੇ ਆਪ ਨੂੰ ਕਹਿ ਦਿੰਦਾ ਸੀ ਫਿਰ ਤਾਂ ਅਸੀਂ ਅਕਿਰਤਕਨ ਹੋਵਾਂਗੇ। ਸੋ ਮਤਲਬ ਉਹਦੇ ਨਾਲ ਮਨ ਨੂੰ ਸੰਤੁਸ਼ਟੀ ਬੜੀ ਹੁੰਦੀ ਸੀਗੀ ਕਿ ਨਹੀਂ ਯਾਰ, ਲੋਕੀ ਕੰਮ ਦੀ ਕਦਰ ਅਜੇ ਕਰਦੇ ਆ। ਜਿਹੜੀ ਸਭ ਤੋਂ ਵੱਡੀ ਗੱਲ ਸੀਗੀ ਉਹ ਇਹ ਸੀਗੀ ਕਿ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਜਦੋਂ ਤੁਸੀਂ ਕੰਮ ਕੀਤਾ ਹੋਵੇ ਤਾਂ ਉਹਦੀ ਕਦਰ ਕਰਨ ਲੋਕ, ਅਤੇ ਫਿਰ ਉਹਦੇ ਵਿੱਚ ਜਿਹੜੀ ਸੀਗੀ ਉਹਦੀ ਇੱਕ ਬਹੁਤ ਵੱਡੀ ਤੁਹਾਡੇ ਮਾਨਸਿਕ ਸੰਤੁਸ਼ਟੀ ਤੁਹਾਨੂੰ ਮਿਲਦੀ ਹੈ ਕਿ ਨਹੀਂ ਯਾਰ, ਮਤਲਬ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਦੁਨੀਆ ਅਜੇ ਕਿਤੇ ਮਤਲਬ ਉਹ ਹੋ ਗਈ ਹੈ। ਨਾਗਰਾ ਸਾਹਿਬ ਇਹ ਦੱਸਿਓ ਵੀ ਜਿਵੇਂ ਪਹਿਲਾਂ ਪਰਿਵਾਰ ਲੋਕਾਂ ਦੀ ਸੇਵਾ ਕਰਦਾ ਆਇਆ, ਲੋਕਾਂ ਨੂੰ ਮਿਲਦਾ ਆਇਆ, ਅੱਜ ਤੁਸੀਂ ਇਕੱਲੇ ਆ ਜਾਂ ਬਾਕੀ ਪਰਿਵਾਰ ਵੀ ਅੱਜ ਲੋਕਾਂ ਨੂੰ ਮਿਲਿਆ ਹੈਗਾ? ਇਹ ਸਾਰਾ ਹੀ ਹੈ, ਮੇਰੇ ਵਾਈਫ ਵੀ, ਮੇਰਾ ਬੇਟਾ, ਅੱਜ ਤਾਂ ਸਾਰੇ ਇੱਥੇ ਹੀ ਹੈ, ਮਤਲਬ ਸਾਰੇ ਰਹਿ ਵੀ ਇੱਥੇ ਹੀ ਰਹੇ ਆ। ਅੱਜ ਤੱਕ ਤਕਰੀਬਨ ਮੈਂ ਤਾਂ ਕਾਫੀ ਦੇਰ ਤੋਂ ਹੀ, ਮਤਲਬ ਤੁਹਾਨੂੰ ਪਤਾ ਹੀ ਹੈ, 2-3 ਰਾਤਾਂ ਇੱਥੇ ਰਹਿੰਦਾ ਹੀ ਹੁੰਦਾ ਸੀਗਾ। ਪਰਿਵਾਰ ਵੀ ਕਾਫੀ ਦੇਰ ਤੋਂ ਮਤਲਬ ਜਿਹੜਾ ਹੈਗਾ ਆ, ਉਹਨੂੰ ਬੱਚਿਆਂ ਨੂੰ ਵੀ ਛੁੱਟੀਆਂ ਸੀਗੀਆਂ, ਉਹ ਸਾਰਾ ਇੱਥੇ ਹੀ ਰਹੇ ਤਕਰੀਬਨ ਸਾਰੇ। ਨਾਗਰਾ ਸਾਹਿਬ ਇਹ ਦੱਸਿਓ ਅੱਜ ਜਿਹੜੇ ਲੋਕ ਮਿਲਣ ਆਏ ਨੇ ਉਹਨਾਂ ਨੇ ਤੁਹਾਨੂੰ ਕਿੱਦਾਂ ਦੀ ਫੀਡਬੈਕ ਦਿੱਤੀ ਆ? ਕਿੰਨੀ ਕੁ ਉਹਨਾਂ ਨੂੰ ਮਿਲ ਕੇ ਕਿੰਨੀ ਕੁ એનર્ਜੀ ਮਿਲੀ ਆ? ਬਹੁਤ ਸਭ ਤੋਂ ਜ਼ਿਆਦਾ ਜਿਹੜੀ ਥਕਾਵਟ ਤਾਂ ਉਹਨਾਂ ਨੇ ਤਾਰੀ ਹੈ, ਕਿਉਂਕਿ ਉਹਨਾਂ ਦੇ ਵਿੱਚ ਬੜਾ ਉਤਸ਼ਾਹ ਸੀਗਾ। ਹਰ ਇੱਕ ਵਿਅਕਤੀ ਮਤਲਬ ਜਿਹੜਾ ਸੀਗਾ ਉਹ ਖੁਸ਼ ਸੀਗਾ, ਅਤੇ ਉਹ ਜਿੱਤ ਦੀ ਖੁਸ਼ੀ 'ਚ ਸੀਗੇ ਕਿ ਉਹ ਮਤਲਬ ਹਰ ਇੱਕ ਵਿਅਕਤੀ ਨੇ ਇਹੀ ਕਿਹਾ ਆ ਕਿ 10 ਮਾਰਚ ਵਾਲੇ ਦਿਨ ਦੀ ਅਸੀਂ ਇੰਤਜ਼ਾਰ ਕਰਦੇ ਹਾਂ, ਜਿਸ ਦਿਨ ਅਸੀਂ ਜਿੱਤ ਦਾ ਝੰਡਾ ਜਿਹੜਾ ਹੈਗਾ ਆ, ਪਰਮਾਤਮਾ ਸਾਨੂੰ ਫਤਿਹ ਦਾ ਝੰਡਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਦੇ ਕੇ ਵਿਧਾਨ ਸਭਾ 'ਚ ਭੇਜੂਗਾ। ਅੱਛਾ, ਫਿਰ ਨਾਗਰਾ ਕੁਲਜੀਤ ਸਿੰਘ ਨਾਗਰਾ ਹੈਟ੍ਰਿਕ ਲਾਉਣ ਜਾ ਰਿਹਾ ਹੈ? ਦੇਖੋ, ਗੁਰੂ ਮਹਾਰਾਜ ਦੀ ਕਿਰਪਾ ਆ, ਉਹਨਾਂ ਦੇ ਆਸ਼ੀਰਵਾਦ ਰਿਹਾ ਹਮੇਸ਼ਾ। ਸੋ ਇਸ ਕਰਕੇ ਮੈਨੂੰ ਪੂਰਨ ਉਮੀਦ ਹੈ ਔਰ ਮੈਨੂੰ ਇਸ ਗੱਲ 'ਤੇ ਵਿਸ਼ਵਾਸ ਹੈ, ਕਿਉਂਕਿ ਵਿਸ਼ਵਾਸ ਇਸ ਕਰਕੇ ਹੁੰਦਾ ਹੈ, ਪਹਿਲੀ ਗੱਲ ਤਾਂ ਇਹ ਹੁੰਦੀ ਹੈ ਵੀ ਤੁਹਾਡੀ ਅੰਤਰ-ਆਤਮਾ ਤੁਹਾਨੂੰ ਕੀ ਕਹਿੰਦੀ ਹੈ। ਅੰਤਰ-ਆਤਮਾ ਉਦੋਂ ਤੁਹਾਡੀ ਮਤਲਬ ਜਿਹੜੀ ਹੈਗੀ ਹੈ ਉਹ ਤੁਹਾਨੂੰ ਜਵਾਬ ਦੇ ਜਾਂਦੀ ਹੈ ਜਦੋਂ ਆਪਣੇ ਅੰਦਰ ਝਾਤੀ ਮਾਰ ਕੇ ਦੇਖਦੇ ਹੋ ਵੀ ਮੈਂ ਕੀ ਕੁਛ ਕੀਤਾ, ਕੀ ਚੰਗਾ ਕੀਤਾ ਅਤੇ ਕੀ ਮਾੜਾ ਕੀਤਾ। ਅਤੇ ਮੈਨੂੰ ਇਸ ਗੱਲ 'ਤੇ ਪੂਰਨ ਵਿਸ਼ਵਾਸ ਹੈ। ਲੋਕਾਂ ਨੇ ਬਹੁਤ ਕੁਛ ਮੈਨੂੰ ਕਿਹਾ, ਮੈਂ ਇੱਕੋ ਗੱਲ ਕਹਿੰਦਾ ਸੀਗਾ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਸੀ, ਸੱਚੇ ਪਾਤਸ਼ਾਹ, ਜੇ ਇਸ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਦੀ ਜਿਹੜੀ ਸੇਵਾ ਮੇਰੀ ਝੋਲੀ 'ਚ ਪਈ ਸੀ, ਇਹ ਤਾਂ ਮੈਂ ਉਹਨੂੰ ਇਮਾਨਦਾਰੀ ਅਤੇ ਦ੍ਰਿੜਤਾ ਦੇ ਨਾਲ ਲੋਕਾਂ ਦੀ ਸੇਵਾ ਨੂੰ ਨਿਭਾਇਆ, ਇਸ ਹਲਕੇ ਦਾ ਵਿਕਾਸ ਦੇ ਵਿੱਚ ਆਪਣਾ ਪੂਰਨ ਯੋਗਦਾਨ ਪਾਇਆ, ਅਤੇ ਜੇ ਵਿਕਾਸ ਹੋਇਆ ਆ ਪਿਛਲੇ 25-30 ਸਾਲਾਂ ਦੇ ਬਰਾਬਰ ਵੀ ਕੋਈ ਲੈ ਕੇ ਚਲੇ ਜਾਵੇ ਅਤੇ ਫਿਰ ਤਾਂ ਮੇਰੀ ਝੋਲੀ ਦੇ ਵਿੱਚ ਇਹ ਸੇਵਾ ਪਾ ਦਿਓ, ਮੈਨੂੰ ਜਿੱਤ ਦੇ ਦਿਓ। ਅਤੇ ਜੇ ਨਹੀਂ ਹੋਇਆ ਤਾਂ ਮੈਂ ਇਹਦੇ ਕਾਬਲ ਹੀ ਨਹੀਂ ਗਾ। ਇਹ ਤਾਂ ਮੇਰੀ ਅਰਦਾਸ ਹੁੰਦੀ ਸੀ, ਅਤੇ ਅੱਜ ਵੀ ਉਹ ਦ੍ਰਿੜਤਾ ਅਤੇ ਉਹ ਵਿਸ਼ਵਾਸ ਜਿਹੜਾ ਆ ਕਾਇਮ ਹੈ। ਔਰ ਮੈਨੂੰ, ਕਿਉਂਕਿ ਮੈਂ ਆਪ ਕੀਤਾ ਆ ਨਾ, ਮੈਨੂੰ ਪਤਾ ਆ, ਜੋ ਕੁਛ ਮੈਨੂੰ ਪਤਾ ਆ ਉਹ ਕਿਸੇ ਹੋਰ ਨੂੰ ਨਹੀਂ ਹੋ ਸਕਦਾ। ਉਹ ਮੇਰੀ ਸੱਜੇ ਪਾਸੇ ਖੜ੍ਹੇ ਹਰ ਵੇਲੇ ਜਿਹੜਾ ਵਿਅਕਤੀ ਸੀ ਉਹਨੂੰ ਵੀ ਨਹੀਂ ਹੋ ਸਕਦਾ, ਕਿਉਂਕਿ ਸਿਆਸਤ ਦੇ ਵਿੱਚ ਖਾਸ ਤੌਰ 'ਤੇ ਇਹਨਾਂ 5 ਸਾਲਾਂ ਦੇ ਵਿੱਚ ਤਾਂ ਇਹ ਕੋਸ਼ਿਸ਼ ਕੀਤੀ ਹੈ, ਆਪਣੇ 'ਤੇ ਪਾਇਲਟ ਕੀਤਾ ਹੈ ਕਿ ਇਮਾਨਦਾਰੀ ਦੇ ਨਾਲ, ਦ੍ਰਿੜਤਾ ਦੇ ਨਾਲ, ਡਿਵੈਲਪਮੈਂਟ ਵਾਲੀ ਪੋਲੀਟਿਕਸ ਦੇ ਨਾਲ ਔਰ ਅਸੂਲਾਂ ਦੀ ਰਾਜਨੀਤੀ ਦੇ ਨਾਲ ਕੀ ਤੁਸੀਂ ਸਥਿਰ ਰਹਿ ਸਕਦੇ ਹੋ ਕਿ ਨਹੀਂ ਰਹਿ ਸਕਦੇ, ਇਹ ਦੇਖਣਾ ਸੀਗਾ ਆਪਣੀ 57 ਸਾਲ ਦੀ ਉਮਰ ਦੇ ਵਿੱਚ ਕਿ ਕੀ ਰਹਿ ਸਕਦੇ ਹੋ ਕਿ ਨਹੀਂ ਰਹਿ ਸਕਦੇ। ਕਿਉਂਕਿ ਇਹ ਜਿਹੜੀ ਪੋਲੀਟਿਕਸ ਆ, ਇਹਦੇ ਵਿੱਚ ਇਹ ਜਿਹੜਾ ਚੈਪਟਰ ਹੈ
ਕਿ ਤੁਸੀਂ ਸਰਕਾਰ ਦੇ ਵਿੱਚ ਹੋ ਤੇ ਸਰਕਾਰ ਦੇ ਵਿੱਚ ਰਹਿੰਦਿਆਂ ਤੁਸੀਂ ਆਪਣੇ ਤੇ ਕੋਈ ਪਾਇਲਟ ਕਰੋ। ਇਹ ਜਿਹੜਾ ਸੀਗਾ ਇਹ ਮੇਰਾ ਪਹਿਲੇ ਦਿਨ ਤੋਂ ਸੀਗਾ। ਬਹੁਤ ਸਾਰੇ ਬੰਦੇ ਮੇਰੇ ਨਾਲ ਨਾਰਾਜ਼ ਵੀ ਹੋਏ। ਬਹੁਤ ਸਾਰੇ ਲੋਕਾਂ ਨੇ ਇਸ ਗੱਲ ਨੂੰ ਇਹ ਵੀ ਸਮਝਿਆ ਕਿ ਸਿਆਸਤ ਇੱਦਾਂ ਨਹੀਂ ਹੁੰਦੀ। ਪਰ ਮੈਨੂੰ ਪਤਾ ਨਹੀਂ ਕਿੱਥੋਂ ਇਹ ਸ਼ਕਤੀ ਮਿਲਦੀ ਸੀਗੀ ਕਿ ਮੇਰਾ ਇਰਾਦਾ ਡੇ ਬਾਈ ਡੇ ਦ੍ਰਿੜ ਹੁੰਦਾ ਸੀ। ਮੈਨੂੰ ਕਈਆਂ ਨੇ ਕਿਹਾ ਵੀ ਤੇਰਾ ਨੁਕਸਾਨ ਹੋ ਜਾਊਗਾ। ਅੱਛਾ ਨਾਗਰ ਸਾਹਿਬ ਇਹ ਦੱਸੋ ਤੁਹਾਡੇ ਮੁਤਾਬਕ ਕਿਹੜੇ ਕਿਹੜੇ ਕੰਮ ਰਹਿ ਗਏ ਤੇ ਕਿੰਨੇ ਕੁ ਹੋਣੇ ਵਾਲੇ ਹੈਗੇ ਆ? ਅਗਲੀ ਜਿਹੜੀ ਪਾਰੀ ਸ਼ੁਰੂ ਕਰਨ ਜਾ ਰਹੇ ਆ ਉਹ 'ਚ ਕਿਹੜੇ ਕਿਹੜੇ ਕੰਮ ਜਿਹੜੇ ਹੈਗੇ ਨੇ ਉਹ ਕਰਾਉਣੇ ਵਾਲੇ ਹੈਗੇ ਨੇ? ਦੇਖੋ, ਜਿੱਥੋਂ ਤੱਕ ਸ਼ਹਿਰ ਦੀ ਡਿਵੈਲਪਮੈਂਟ ਦੀ ਗੱਲ ਹੈ, ਪਾਣੀ, ਸੀਵਰ, ਸੜਕਾਂ, ਲਾਈਟਾਂ, ਗਲੀਆਂ, ਬਿਊਟੀਫਿਕੇਸ਼ਨ, ਤਕਰੀਬਨ 10 ਤੋਂ 15% ਜਿਹੜਾ ਹੈਗਾ ਆ ਉਹ ਕੰਮ ਜਿਹਦਾ ਚੱਲ ਰਿਹਾ ਆ ਆਲਰੇਡੀ, ਜਿਹਦਾ ਪੈਸਾ ਆਇਆ, ਟੈਂਡਰ ਹੋਏ ਨੇ, ਚੱਲ ਰਿਹਾ ਆ। ਥੋੜ੍ਹਾ ਜਿਹਾ ਬਿਊਟੀਫਿਕੇਸ਼ਨ ਦਾ ਕੰਮ ਹੈ ਸ਼ਹਿਰ ਦਾ, ਉਹ ਐਕਸਟਰਾ ਇੱਕ ਜਿਹੜਾ ਹੈਗਾ ਪ੍ਰੋਜੈਕਟ ਆਊਗਾ। ਇਹਦੇ ਤੋਂ ਬਿਨਾ ਜਿਹੜਾ ਹੈਗਾ ਆ ਸਭ ਤੋਂ ਵੱਡਾ ਕੰਮ ਜਿਹੜਾ ਹੈਗਾ ਆ ਉਹ ਇਹ ਹੈਗਾ ਕਿ ਇੱਕ ਤਾਂ 130 ਏਕੜ ਦੀ ਇੰਡਸਟਰੀ ਜਿਹੜੀ ਹੈਗੀ ਹੈ ਉਹ ਵਜ਼ੀਰਾਬਾਦ ਜਿਹੜਾ ਉਹ ਇੰਡਸਟਰੀਅਲ ਪਾਰਕ ਬਣਾਇਆ, ਉਹ ਦਵਾਈਆਂ ਦੀਆਂ ਬਹੁਤ ਵੱਡੀਆਂ ਵੱਡੀਆਂ ਫੈਕਟਰੀਆਂ ਆ ਰਹੀਆਂ ਨੇ, ਉਹਨੂੰ ਜਲਦੀ ਤੋਂ ਜਲਦੀ ਇਸਟੈਬਲਿਸ਼ ਕਰਕੇ ਤਾਂ ਕਿ ਇੱਥੇ ਦੇ ਲੋਕਾਂ ਨੂੰ ਰੁਜ਼ਗਾਰ ਦੇ ਸਾਧਨ ਪੈਦਾ ਹੋ ਸਕਣ ਤੇ ਨਾਲ ਦੀ ਨਾਲ ਬਿਜ਼ਨਸ ਜਿਹੜਾ ਹੈ ਸਾਡੇ ਇਲਾਕੇ ਦੇ ਵਿੱਚ ਵਧੇ ਤੇ ਫੁੱਲੇ। ਇੱਦਾਂ ਹੀ ਇੰਡਸਟਰੀ ਡਿਪਾਰਟਮੈਂਟ ਦੇ ਨਾਲ 500 ਏਕੜ ਦੇ ਵਿੱਚ ਹੋਰ ਜਿਹੜੀ ਹੈਗੀ ਹੈ ਸਾਡੇ ਇਲਾਕੇ ਦੇ ਵਿੱਚ ਇੰਡਸਟਰੀ ਦਾ ਪ੍ਰੋਗਰਾਮ ਬਣ ਰਿਹਾ ਉਹਦੇ ਨਾਲ, ਕਿਉਂਕਿ ਸਭ ਤੋਂ ਜ਼ਰੂਰੀ ਹੈਗੀ ਹੈ ਇੰਡਸਟਰੀ ਇੱਥੇ ਆਉਣੀ, ਜਿਹਦੇ ਨਾਲ ਸਾਨੂੰ ਰੁਜ਼ਗਾਰ ਜਿਹੜੇ ਵੀ ਮਿਲੂਗਾ ਤੇ ਨਾਲ ਸਾਡੇ ਇਲਾਕੇ ਦਾ ਬਿਜ਼ਨਸ ਜਿਹੜਾ ਹੈਗਾ ਆ ਉਹ ਵਧੂਗਾ, ਲੋਕਾਂ ਦੀ ਮਾਲੀ ਹਾਲਤ ਦੇ ਉੱਤੇ ਫਰਕ ਪਊਗਾ। ਦੂਸਰਾ ਹੈਗਾ ਆ ਸਿਹਤ ਸੇਵਾਵਾਂ ਦੇ ਪਿੱਛੇ ਲੱਗਿਆ ਹੋਇਆ ਸੀਗਾ ਮੈਂ, ਜਿਵੇਂ ਨਵਾਂ ਹਸਪੀਟਲ ਬਣਾਇਆ, CT ਸਕੈਨ ਸੈਂਟਰ ਬਣਾਇਆ, ਡਿਜੀਟਲ ਐਕਸਰੇ ਹੈ, ਆਕਸੀਜਨ ਦਾ ਪਲਾਂਟ ਲਗਾ ਕੇ ਤੇ ਉਹਨੂੰ ਆਕਸੀਜਨ ਨੂੰ ਕੀਤਾ ਹੈ, ਲਿਫਟ ਲੱਗ ਰਹੀ ਹੈ, ਹਸਪੀਟਲ ਨੂੰ ਰੈਨੋਵੇਟ ਬਹੁਤ ਵੱਡੇ ਲੈਵਲ ਤੇ ਕਰਕੇ ਤੇ ਇਹਦੇ ਵਿੱਚ ਜਿੰਨੀਆਂ ਵੀ ਸਰਜਰੀਜ਼ ਹੈਗੀਆਂ ਨੇ ਔਰ ਸਾਰਾ ਕੁਝ ਜਿਹੜਾ ਆ ਐਮਰਜੈਂਸੀ ਸੇਵਾਵਾਂ ਜਿਹੜੀਆਂ ਨੇ ਉਹਨਾਂ ਨੂੰ ਠੀਕ ਕਰਕੇ। ਤੀਸਰਾ ਜਿਹੜਾ ਹੈਗਾ ਆ ਐਜੂਕੇਸ਼ਨ, ਭਾਵੇਂ ਕਿ ਉਹਦੇ ਤੇ ਬਹੁਤ ਵੱਡਾ ਸੁਧਾਰ ਹੋਇਆ, ਉਹਦੇ ਤੇ ਹੋਰ ਅੱਗੇ ਜਾ ਕੇ ਕੰਮ ਕਰਨ ਦੀ ਲੋੜ ਹੈ ਮਾਈਕਰੋ ਲੈਵਲ ਦੇ ਉੱਤੇ, ਕਿ ਜਿਹੜੇ ਸਕੂਲਾਂ ਨੂੰ ਜਿਹੜਾ ਹੈਗਾ ਆ ਕਿਵੇਂ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਹੋਰ ਵਧੀਆ ਵਿੱਦਿਆ ਦੇ ਸਕਦੇ ਹਾਂ ਸਰਕਾਰੀ ਸਕੂਲਾਂ ਨੂੰ। ਇਹਦੇ ਨਾਲ ਜਿਹੜਾ ਟੂਰਿਜ਼ਮ ਹੈ, ਸਾਡੇ ਇਲਾਕੇ ਦਾ ਟੂਰਿਸਟ ਸਰਕਟ ਬਣਾਇਆ ਇਹਨੂੰ ਫਤਿਹਗੜ੍ਹ ਸਾਹਿਬ ਨੂੰ, ਤੇ ਇੱਥੇ ਟੂਰਿਜ਼ਮ ਨੂੰ ਬਹੁਤ ਵੱਡੇ ਲੈਵਲ ਤੇ ਅਸੀਂ ਪ੍ਰਮੋਟ ਕਰਾਂਗੇ। ਤਾਂ ਟੂਰਿਸਟ ਜਦੋਂ ਇੱਥੇ ਆਊਗਾ ਤਾਂ ਜੇ ਟੂਰਿਸਟ ਆਉਣਾ ਸ਼ੁਰੂ ਹੋ ਗਿਆ GT ਰੋਡ ਤੋਂ ਅੱਜ ਫਤਿਹਗੜ੍ਹ ਸਾਹਿਬ ਨੂੰ, ਤਾਂ ਉਹਦੇ ਨਾਲ ਸਾਡੇ ਇਲਾਕੇ ਨੂੰ ਬਹੁਤ ਵੱਡਾ ਬਿਜ਼ਨਸ ਤੇ ਬੈਨੀਫਿਟ ਹੋਊਗਾ। ਸੋ ਇਹ ਸਾਰੀਆਂ ਚੀਜ਼ਾਂ ਨੇ। ਐਗਰੀਕਲਚਰ ਦੇ ਉੱਤੇ ਬਹੁਤ ਵੱਡਾ ਕੰਮ ਕਰਨ ਦੀ ਲੋੜ ਹੈ ਕਿ ਅਸੀਂ ਆਪਣੇ ਛੋਟੇ ਜ਼ਿਮੀਂਦਾਰ ਨੇ ਸਾਡੇ ਇੱਥੇ 1.5 ਏਕੜ ਤੋਂ ਲੈ ਕੇ 5 ਏਕੜ ਦਾ ਜ਼ਿਮੀਂਦਾਰ ਜਿਹੜਾ ਹੈਗਾ ਉਹ ਜ਼ਿਆਦਾ ਹੈ, ਮੈਕਸਿਮਮ 90% ਤੋਂ ਉੱਤੇ ਹੈ। ਸੋ ਉਹਨਾਂ ਦੇ ਵਾਸਤੇ ਅਸੀਂ ਕਿਸ ਤਰ੍ਹਾਂ ਦੀ ਐਗਰੋ ਬੇਸਡ ਇੰਡਸਟਰੀ ਜਿਹੜੀ ਹੈਗੀ ਆ ਉਹਨੂੰ ਲੈ ਕੇ ਆਉਣਾ ਤਾਂ ਕਿ ਉਹ ਆਪਣੀ ਛੋਟੇ ਜ਼ਿੰਮੇਦਾਰੀ ਦੇ ਵਿੱਚੋਂ ਆਪਣਾ ਗੁਜ਼ਾਰਾ ਕਰ ਸਕਣ। ਸੋ ਇਸ ਤਰ੍ਹਾਂ ਦਾ ਬਹੁਤ ਵੱਡੇ ਇੱਕ ਹੁਣ ਇਸ ਇਲਾਕੇ ਨੂੰ ਜਿਹੜੀ ਥੱਲੜੀ ਡਿਵੈਲਪਮੈਂਟ ਸੀ ਨਾ ਉਹਨੂੰ ਤਾਂ ਅਸੀਂ ਲੈ ਗਏ, ਪਿੰਡਾਂ ਦੇ ਵਿੱਚ ਵੀ ਅਸੀਂ ਰੂਰਲ ਡਿਵੈਲਪਮੈਂਟ ਕਰ ਲਈ ਹੈ, ਗਲੀਆਂ ਨਾਲੀਆਂ ਤੋਂ ਬਾਹਰ ਨਿਕਲ ਆਏ ਹਾਂ, ਅਸੀਂ ਸ਼ਹਿਰਾਂ 'ਚ ਵੀ ਨਿਕਲ ਆਏ ਹਾਂ। ਹੁਣ ਇਦੋਂ ਬਾਅਦ ਅਸੀਂ ਇਹਨੂੰ ਲੈ ਕੇ ਜਾਵਾਂਗੇ, ਸਭ ਤੋਂ ਵੱਡਾ ਇੱਕ ਪ੍ਰੋਜੈਕਟ ਲੈ ਕੇ ਆਵਾਂਗੇ ਅਸੀਂ, ਸ਼ਹਿਰ ਨੂੰ ਤੇ ਪਿੰਡਾਂ ਨੂੰ ਸੋਲਰ ਐਨਰਜੀ ਦੇ ਨਾਲ ਲੈਸ ਕਰਾਂਗੇ। ਇਹ ਮੇਰਾ ਬਹੁਤ ਇੱਕ ਡਰੀਮ ਪ੍ਰੋਜੈਕਟ ਹੈ ਕਿ ਸੋਲਰ ਐਨਰਜੀ ਮੈਕਸਿਮਮ ਅਸੀਂ ਆਪਣੇ ਇਲਾਕੇ ਦੇ ਵਿੱਚ ਲੈ ਕੇ ਆਵਾਂਗੇ ਤਾਂ ਕਿ ਲੋਕਾਂ ਦੀ ਮਾਲੀ ਹਾਲਤ ਵੀ ਉਹਦੇ ਨਾਲ ਸੁਧਰੇ ਤੇ ਅਸੀਂ ਕਿਸੇ ਤੇ ਡਿਪੈਂਡ ਵੀ ਨਾ ਹੋਈਏ। ਸੋ ਉਹ ਹੈਗਾ, ਜਿਵੇਂ ਮੈਂ ਪਹਿਲਾਂ ਸੋਲਰ ਮੋਟਰਾਂ 100 ਤੁਹਾਨੂੰ ਪਤਾ ਲੈ ਕੇ ਆਇਆ ਸੀਗਾ ਜਿਹੜੀਆਂ ਛੱਪੜਾਂ 'ਤੇ ਲੱਗੀਆਂ ਹੋਈਆਂ ਨੇ, ਉਹ ਹੁਣ ਜਿੱਥੇ ਮੋਟਰ ਛੱਪੜ ਸਾਫ਼ ਕਰ ਰਹੀਆਂ ਨੇ ਉਹਨਾਂ ਤੋਂ ਜੀ ਅਸੀਂ ਹੁਣ ਸਟਰੀਟ ਲਾਈਟ ਚਲਾ ਲੈਣੀ ਹੈ, ਉਹਨਾਂ ਤੋਂ ਹੀ ਅਸੀਂ ਸਕੂਲਾਂ ਦੇ ਬੱਚਿਆਂ ਦੀਆਂ ਲਾਈਟਾਂ ਚਲਾ ਲੈਣੀਆਂ ਨੇ, ਉਹਨਾਂ ਤੋਂ ਹੀ ਅਸੀਂ ਧਰਮਸ਼ਾਲਾ ਜਾਂ ਕਿਸੇ ਹੋਰ ਨੂੰ ਕਰ ਲੈਣਾ। ਇੱਦਾਂ ਹੀ ਅਸੀਂ ਜਿਵੇਂ ਸਾਡੇ ਕੋਲ ਆ ਗਿਆ ਅਸੀਂ ਉਸ ਸੋਲਰ ਨੂੰ ਜਿੱਥੇ 5 ਕਿਲੋਵਾਟ ਸੀ ਉਹਨੂੰ 10 'ਤੇ ਲੈ ਜਾਣਾ, ਜਿਹੜੀ 10 'ਤੇ ਸੀਗੀ ਉਹਨੂੰ 20 'ਤੇ ਲੈ ਜਾਣਾ। ਇੱਦਾਂ ਹੀ ਅਸੀਂ ਫਿਰ ਜਿਹੜਾ ਹੈਗਾ ਸੋਲਰ ਨੂੰ ਹੋਰ ਤਰੀਕੇ ਨਾਲ ਐਕਸਪੈਂਡ ਕਰਾਂਗੇ। ਇੱਕ ਨਵਾਂ ਪ੍ਰੋਜੈਕਟ ਹੈਗਾ ਆ ਜਿਹੜਾ ਮੇਰੇ ਮਾਈਂਡ ਦੇ ਵਿੱਚ ਹੈ, ਅਸੀਂ ਲੋਕਾਂ ਦੇ ਘਰਾਂ ਦੇ ਖਰਚੇ ਘਟਾਉਣੇ ਨੇ, ਉਹ ਚਾਹੇ ਬਿਜਲੀ ਦੇ ਹੋਣ ਤੇ ਚਾਹੇ ਪੈਟਰੋਲ ਡੀਜ਼ਲ ਦੇ ਹੋਣ, ਉਹ ਸਭ ਤੋਂ ਵੱਡਾ ਖਰਚਾ ਆ। ਬਾਕੀ ਜਿਵੇਂ ਬਾਕੀ ਡਿਸਕਲੋਜ਼ ਕੀਤੀ ਆ, ਇਹ ਜਿਹੜਾ ਤੁਸੀਂ ਕਹਿ ਰਹੇ ਆ ਵੀ ਲੋਕਾਂ ਦੇ ਘਰ ਦੇ ਖਰਚੇ ਘਟਾਉਣੇ, ਉਹ ਵੀ ਡਿਸਕਲੋਜ਼ ਕਰੋਗੇ? ਤੁਹਾਨੂੰ ਆਉਣ ਵਾਲੇ ਸਮੇਂ 'ਚ ਦੱਸਾਂਗੇ, ਬਹੁਤ ਕੁਝ ਇਹੋ ਜਿਹਾ ਆ। ਦੇਖੋ ਗੱਲ ਕੀ ਹੈ, ਸਾਡਾ ਕੰਮ ਹੈ ਕੁਛ ਨਵਾਂ ਇਨੀਸ਼ੀਏਟਿਵ ਲੈਣਾ
ਤੇ ਕੁਲਜੀਤ ਸਿੰਘ ਨਾਗਰਾ ਹਮੇਸ਼ਾ ਹੀ ਕੁਝ ਨਵਾਂ ਕਰਨ ਵਾਸਤੇ ਜਾਣਿਆ ਜਾਂਦਾ ਆ। ਪੁਰਾਣੀਆਂ ਚੀਜ਼ਾਂ ਨੂੰ ਲੈ ਕੇ ਤਾਂ ਸਾਰੇ ਹੀ ਕਰ ਲੈਂਦੇ ਸਾਰਾ ਕੁਝ। ਤੁਸੀਂ ਦੇਖਿਆ ਆ ਸੀਚੇਵਾਲ ਮਾਡਲ ਜਿਹੜਾ ਆ ਛੱਪੜਾਂ ਦੇ ਪਾਣੀਆਂ ਨੂੰ ਠੀਕ ਕਰਨਾ, ਅਸੀਂ ਇੱਥੋਂ ਪੂਰੇ ਪੰਜਾਬ ਦੇ ਵਿੱਚ ਭੇਜਿਆ। ਔਰ ਜਿਹੜਾ ਆ ਸੋਲਰ ਛੱਪੜਾਂ ਦੇ ਪਾਣੀ ਨੂੰ ਰੀਯੂਜ਼ ਕਰਨ ਲਈ, ਉਸ ਤੋਂ ਬਾਅਦ ਵਿੱਚ ਉਹ ਪਾਣੀ ਜਿਹੜਾ ਹੈਗਾ, ਜਿਹੜਾ ਸਭ ਤੋਂ ਵੱਡੀ ਜਿਹੜੀ ਪੰਜਾਬ ਦੀ ਸਮੱਸਿਆ ਸੀ ਛੱਪੜਾਂ ਦੀ, ਉਹੀ ਪਾਣੀ ਅੱਜ ਖੇਤਾਂ ਦੇ ਵਿੱਚ ਰੇਹ ਦਾ ਕੰਮ ਕਰ ਰਿਹਾ। ਸੋ ਇਹ ਕਾਫੀ ਕੁਛ ਇਹੋ ਜਿਹਾ ਆ ਜਿਹੜਾ ਤੁਸੀਂ ਹੋਰ ਵੀ ਹਲਕੇ ਦੇ ਵਿੱਚ ਬਹੁਤ ਕੁਛ ਨਵਾਂ ਹੋਇਆ। ਸੋ ਇਸ ਕਰਕੇ ਅਸੀਂ ਵਿਲੇਜ ਡਿਵੈਲਪਮੈਂਟ ਪਲਾਨ ਜਿਹੜਾ ਆ ਪੰਜਾਬ ਦੇ ਵਿੱਚ ਜਿਹੜਾ ਬਣਿਆ, ਸਰਕਾਰ ਨੇ ਬਣਾਇਆ, ਪ੍ਰੋਪਰਲੀ ਲਾਗੂ ਨਹੀਂ ਹੋਇਆ। ਉਹ ਵੀ ਕੁਲਜੀਤ ਸਿੰਘ ਨਾਗਰਾ ਨੇ ਪ੍ਰਪੋਜ਼ਲ ਦਿੱਤੀ ਸੀ ਪਿਛਲੀ ਸਰਕਾਰ ਨੂੰ ਕਿ ਹਰ ਵਿਲੇਜ ਦਾ ਵਿਲੇਜ ਡਿਵੈਲਪਮੈਂਟ ਪਲਾਨ ਹੋਣਾ ਚਾਹੀਦਾ ਕਿ ਇੱਕ ਪਿੰਡ ਦੇ ਵਿੱਚ ਕਿੰਨੇ ਕੰਮ ਨੇ ਜਿਹੜੇ ਹੋਣ ਵਾਲੇ ਨੇ, ਚਾਹੇ ਧਰਮਸ਼ਾਲਾ, ਚਾਹੇ ਗਲੀਆਂ ਨੇ, ਚਾਹੇ ਸ਼ਮਸ਼ਾਨ ਘਾਟ ਹੈ, ਚਾਹੇ ਕਮਿਊਨਿਟੀ ਸੈਂਟਰ ਹੈ, ਚਾਹੇ ਪਾਰਕ ਹੈ, ਚਾਹੇ ਖੇਡ ਗਰਾਊਂਡ ਹੈ, ਚਾਹੇ ਲੋਕਾਂ ਦੀਆਂ ਦੂਸਰੀਆਂ ਸੁੱਖ ਸੁਵਿਧਾਵਾਂ ਨੇ। ਜਿੰਨੇ ਕੰਮ ਨੇ ਉਹਨਾਂ ਨੂੰ ਇੱਕ ਜਗ੍ਹਾ ਦੇ ਉੱਤੇ ਪਹਿਲਾਂ ਇੱਕ ਲਾਈਨ 'ਚ ਨੋਟ ਕਰੋ, ਫਿਰ ਇੱਕ ਨੂੰ ਪੂਰਾ ਕਰੋ। ਤੇ ਅਸੀਂ ਉਸ ਵਿਲੇਜ ਡਿਵੈਲਪਮੈਂਟ ਪਲਾਨ ਦੇ ਵਿੱਚ ਸਭ ਤੋਂ ਜ਼ਿਆਦਾ ਕਾਮਯਾਬ ਹੋਏ ਹਾਂ। ਅੱਜ ਪਿੰਡਾਂ ਦੀਆਂ ਬਹੁਤ ਸਾਰੀਆਂ ਪੰਚਾਇਤਾਂ ਦੇ ਬਹੁਤ ਜ਼ਿਆਦਾ 90% ਕੰਮ ਖਤਮ ਹੋ ਚੁੱਕੇ ਨੇ। ਇਹ ਸਨ ਕੁਲਜੀਤ ਸਿੰਘ ਨਾਗਰਾ, ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਮਾਨਸਿਕ ਜਾਂ ਸਰੀਰਕ ਥਕਾਵਟ ਆ ਉਹ ਕਿਸੇ ਸ਼ਿਮਲੇ ਜਾਂ ਮਨਸੂਰੀ ਜਾ ਕੇ ਨਹੀਂ ਉਤਰਦੀ। ਉਹ ਸਿਰਫ ਤੇ ਸਿਰਫ ਜਿਹੜੀ ਆ ਹਲਕੇ ਦੇ ਲੋਕਾਂ ਨੂੰ ਮਿਲ ਕੇ ਨਿਕਲਦੀ ਆ। ਕੈਮਰਾਮੈਨ ਗੋਲਡੀ ਦੇ ਨਾਲ ਰਣਜੋਤ ਸਿੰਘ, ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।